ਸਤਿ ਸ਼੍ਰੀ ਅਕਾਲ ਦੋਸਤੋ, ਟਰਕਿੰਗ ਭਾਈਚਾਰਾ ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦਾ ਸ਼ੋਅ ਸੀ ਥੋੜਾ ਜਿਹਾ ਕੋਈ 35 ਮਿੰਟ ਅੱਜ ਲੇਟ ਸ਼ੁਰੂ ਕੀਤਾ, ਕੁਝ ਤਕਨੀਕੀ ਕਾਰਨ ਕੁਝ ਫੇਸਬੁੱਕ ਲਾਈਵ ਦੀਆਂ ਇਸ਼ੂਜ਼ ਆਉਣ ਕਰਕੇ ਸੋ ਅੱਜ ਥੋੜਾ ਜਿਹਾ ਲੇਟ ਹੋਇਆ। ਮੈਂ ਇਸ ਵਾਸਤੇ ਤੁਹਾਡੇ ਸਾਰਿਆਂ ਤੋਂ ਖਿਮਾ ਦਾ ਚਾਚਕਾ ਔਰ ਆਸ ਕਰਦਾ ਕਿ ਤੁਸੀਂ ਸਾਨੂੰ ਮਾਫੀ ਦਿਓਗੇ ਅੱਜ ਦੇ ਇਸ ਥੋੜਾ ਜਿਹਾ ਲੇਟ ਕਰਨ ਹੋਣ ਦੇ ਕਾਰਨ। ਟਰਕਿੰਗ ਭਾਈਚਾਰਾ ਸਾਡੇ ਸਾਰੇ ਪੰਜਾਬੀ ਭਰਾਵਾਂ ਦੀ, ਕਿਉਂਕਿ ਅਸੀਂ ਜ਼ਿਆਦਾ ਟਰਕਿੰਗ ਦੇ ਨਾਲ ਸੰਬੰਧਿਤ ਇਸ ਖਿੱਤੇ ਦੇ ਵਿੱਚ ਵਸਣ ਵਾਲੇ ਲੋਕ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਭਾਈਚਾਰੇ ਦੀ ਸੇਵਾ ਵਿੱਚ, ਆਪਣੇ ਭਾਈਚਾਰੇ ਦੇ ਬੈਨੀਫਿਟ ਵਾਸਤੇ, ਆਪਣੇ ਭਾਈਚਾਰੇ ਦੇ ਫਾਇਦੇ ਵਾਸਤੇ, ਉਹਦੇ ਮਫਾਦ ਵਾਸਤੇ ਕੋਈ ਨਾ ਕੋਈ ਐਸੀ ਟੌਪਿਕ ਅੱਜ ਦੇ ਇਸ ਟਰਕਿੰਗ ਭਾਈਚਾਰੇ ਵਿੱਚ ਜਾਂ ਕਿਸੇ ਵੀ ਟਰਕਿੰਗ ਭਾਈਚਾਰੇ ਦੇ ਐਪੀਸੋਡ ਵਿੱਚ ਉਹ ਟੌਪਿਕ ਚੁਣੀਏ ਕਿ ਜਿਹਦੇ ਨਾਲ ਸਾਡੇ ਭਾਈਚਾਰੇ ਨੂੰ ਬੈਨੀਫਿਟ ਹੋ ਸਕੇ, ਉਹਨਾਂ ਦਾ ਫਾਇਦਾ ਹੋ ਸਕੇ। ਸੋ ਅਲੱਗ-ਅਲੱਗ ਸਮੇਂ ਤੇ ਹਰ ਐਤਵਾਰ ਨੂੰ ਅਸੀਂ ਅਲੱਗ-ਅਲੱਗ ਟੌਪਿਕ ਚੁਣਦੇ ਹਾਂ ਔਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਈਦਾ। ਇਸ ਤੋਂ ਪਹਿਲਾਂ ਕਿ ਮੈਂ ਗੱਲਬਾਤ ਸਟਾਰਟ ਕਰਾਂਗਾ, ਮੈਂ ਡਿਸਕਲੇਮਰ ਜਿਹੜਾ ਕਿ ਅਕਸਰ ਆਪਣੇ ਐਪੀਸੋਡ ਦੇ ਜਾਂ ਆਪਣੇ ਇਸ ਫੇਸਬੁੱਕ ਲਾਈਵ ਦੇ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਕਿ ਸਾਡਾ ਜੋ ਵੀ ਤੁਹਾਨੂੰ ਜਾਣਕਾਰੀ ਦੇਣ ਦਾ ਮਕਸਦ ਹੈ ਉਹ ਕੇਵਲ ਤੇ ਕੇਵਲ ਜਾਣਕਾਰੀ ਮੁਹੱਈਆ ਕਰਾਉਣ ਤੱਕ ਸੀਮਤ ਹੈ। ਇਹਦੇ ਪਿੱਛੇ ਸਾਡੀ ਭਾਵਨਾ ਕਦੇ ਵੀ ਆਪਣੇ ਵਪਾਰ ਨੂੰ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਬਾਰੇ ਨਹੀਂ ਹੁੰਦੀ। ਦੂਜਾ ਕਿ ਅਸੀਂ ਜੋ ਵੀ ਤੁਹਾਨੂੰ ਜਾਣਕਾਰੀ ਮੁਹੱਈਆ ਕਰਾਉਂਦੇ ਆ ਇਹ ਅਸੀਂ ਆਪਣੇ ਤਜਰਬੇ ਦੇ ਆਧਾਰ, ਆਪਣੇ 17 ਸਾਲ ਦੇ ਤਜਰਬੇ ਦੇ ਆਧਾਰ ਦੇ ਉੱਤੇ ਕਰਵਾਉਂਦੇ ਆ। ਇਹਦੇ ਵਿੱਚ ਸਾਡੇ ਖਿਲਾਫ ਕਿਸੇ ਵੀ ਤਰ੍ਹਾਂ ਨੂੰ, ਸਾਡੀ ਕਹੀ ਹੋਈ ਗੱਲ ਨੂੰ ਸਾਡੇ ਖਿਲਾਫ ਜਾਂ ਕਿਸੇ ਵੀ ਤਰ੍ਹਾਂ ਕਿਸੇ ਹੋਰ ਦੇ ਖਿਲਾਫ ਕੋਰਟ ਵਿੱਚ ਜਾਂ ਕਿਸੇ ਡਿਪਾਰਟਮੈਂਟ ਦੇ ਕੋਲ ਬਤੌਰ ਐਵੀਡੈਂਸ ਜਾਂ ਬਤੌਰ ਗਵਾਹੀ ਇਸ ਗੱਲਬਾਤ ਨੂੰ ਨਹੀਂ ਪੇਸ਼ ਕੀਤਾ ਜਾ ਸਕਦਾ। ਸੋ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ IRP ਰਜਿਸਟ੍ਰੇਸ਼ਨ। IRP ਰਜਿਸਟ੍ਰੇਸ਼ਨ ਜਿਹੜੀ ਹੈ ਉਹ ਟਰਕਿੰਗ ਭਾਈਚਾਰੇ ਦੇ ਵਿੱਚ ਜਾਂ ਕਹਿ ਲਓ ਕਿ ਟਰਕਿੰਗ ਇੰਡਸਟਰੀ ਦੇ ਵਿੱਚ ਇੱਕ ਰੀੜ ਦੀ ਹੱਡੀ ਵਾਂਗ ਵਿਚਰਦੀ ਹੈ। ਦੋ ਤਰ੍ਹਾਂ ਦੀ ਰਜਿਸਟ੍ਰੇਸ਼ਨ, ਮੈਂ ਜੇ ਮੋਟੇ ਰੂਪ ਵਿੱਚ ਗੱਲ ਕਰਾਂ ਤੇ ਟੋਟਲ ਵਹੀਕਲ ਦੇ ਵਿੱਚ ਜਿਹੜੇ ਸਾਡੇ ਟਰਕਿੰਗ ਦੇ ਵਿੱਚ ਯੂਜ਼ ਹੁੰਦੇ ਆ ਉਹਨਾਂ 'ਚ 3 ਤਰ੍ਹਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਇੱਕ ਟਰੱਕ ਦੀ ਰਜਿਸਟ੍ਰੇਸ਼ਨ, ਇੱਕ ਟ੍ਰੇਲਰ ਦੀ ਰਜਿਸਟ੍ਰੇਸ਼ਨ। ਟਰੱਕ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਅੱਗੇ 2 ਪ੍ਰਕਾਰ ਦੇ ਨਾਲ ਕਰਵਾਈ ਜਾਂਦੀ ਹੈ। ਟ੍ਰੇਲਰ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕੇਵਲ ਇੱਕ ਪ੍ਰਕਾਰ ਦੇ ਨਾਲ ਹੀ ਹੁੰਦੀ ਹੈ। ਬੇਸ਼ੱਕ ਟ੍ਰੇਲਰ ਕੈਲੀਫੋਰਨੀਆ ਦੇ ਵਿੱਚ ਚੱਲੇ ਜਾਂ ਕੈਲੀਫੋਰਨੀਆ ਤੋਂ ਬਾਹਰ ਜਾਵੇ, ਕੈਲੀਫੋਰਨੀਆ ਦੇ ਅੰਦਰ ਟ੍ਰੇਲਰ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਐਜ਼ ਏ ਪਰਮਾਨੈਂਟ ਟ੍ਰੇਲਰ ਆਇਡੈਂਟੀਫਿਕੇਸ਼ਨ, ਜਿਹਨੂੰ ਕਿ ਅਸੀਂ ਆਮ ਲਫ਼ਜ਼ਾਂ ਦੇ ਵਿੱਚ PTI ਰਜਿਸਟ੍ਰੇਸ਼ਨ ਕਹਿੰਦੇ ਆ, ਉਹਦੇ ਅੰਡਰ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ, ਜਿਹੜੀ ਕਿ 5 ਸਾਲ ਦੀ ਹੁੰਦੀ ਹੈ। 5 ਸਾਲ ਤੋਂ ਬਾਅਦ ਕੋਈ $7 ਲੈ ਕੇ DMV ਇਸ ਨੂੰ ਰੀਨਿਊ ਕਰਦੇ ਹੈ। ਦੂਜੇ ਪਾਸੇ ਜਿਹੜੀ ਟਰੱਕ ਦੀ ਰਜਿਸਟ੍ਰੇਸ਼ਨ ਹੈ ਉਹ 2 ਤਰ੍ਹਾਂ ਨਾਲ ਹੁੰਦੀ ਹੈ, ਜਿਹਦੇ ਵਿੱਚ ਇੱਕ ਕੈਲੀਫੋਰਨੀਆ ਲੋਕਲ ਰਜਿਸਟ੍ਰੇਸ਼ਨ, ਦੂਸਰੀ IRP ਰਜਿਸਟ੍ਰੇਸ਼ਨ। IRP ਰਜਿਸਟ੍ਰੇਸ਼ਨ ਦਾ ਜਿਹੜਾ ਫੁੱਲ ਫਾਰਮ ਹੈ ਉਹ ਹੈ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਪਲਾਨ। ਦੂਜੀ ਲੋਕਲ ਰਜਿਸਟ੍ਰੇਸ਼ਨ ਹੈ ਜਿਹਦੇ ਵਿੱਚ ਇੰਟਰਸਟੇਟ ਰਜਿਸਟ੍ਰੇਸ਼ਨ ਵੀ ਜਿਹਨੂੰ ਕਿਹਾ ਜਾਂਦਾ, ਜਿਹਦੇ ਵਿੱਚ ਟਰੱਕ ਜਿਹੜਾ ਹੈ ਉਹ ਕੈਲੀਫੋਰਨੀਆ ਦੀ ਹਦੂਦ ਦੇ ਅੰਦਰ, ਕੈਲੀਫੋਰਨੀਆ ਦੇ ਬਾਰਡਰ ਦੇ ਅੰਦਰ ਹੀ ਰਹਿੰਦਾ। ਉਦਾਹਰਨ ਦੇ ਤੌਰ ਤੇ, ਮਿਸਾਲ ਦੇ ਤੌਰ ਤੇ, ਅਗਰ ਸੈਕਰਾਮੈਂਟੋ ਤੋਂ ਲੈ ਕੇ ਅਸੀਂ LA, ਸਟਾਕਟਨ ਜਾਂ ਸਟਾਕਟਨ ਤੋਂ ਬੇਰੀਆ, ਅਗਰ ਅਸੀਂ ਕੈਲੀਫੋਰਨੀਆ ਦੀ ਹੱਦ ਤੋਂ ਬਾਹਰ ਨਹੀਂ ਜਾਂਦੇ, ਕੈਲੀਫੋਰਨੀਆ ਦੇ ਬਾਰਡਰ ਨੂੰ ਨਹੀਂ ਕ੍ਰਾਸ ਕਰਦੇ, ਤਾਂ ਲੋਕਲ ਰਜਿਸਟ੍ਰੇਸ਼ਨ ਦੇ ਅੰਡਰ ਅਸੀਂ ਉਹਦੇ ਤਹਿਤ ਅਸੀਂ ਆਪਣੇ ਟਰੱਕ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਹਾਂ। ਜੇਕਰ ਸਾਡਾ ਟਰੱਕ ਬਾਹਰ ਕੈਲੀਫੋਰਨੀਆ ਦੇ ਬਾਰਡਰ ਤੋਂ ਬਾਹਰ ਜਾਂਦਾ ਤਾਂ ਇੱਕ ਸਾਡੇ ਕੋਲ ਢੰਗ ਇਹ ਹੁੰਦਾ ਕਿ ਅਸੀਂ ਹਰੇਕ ਸਟੇਟ ਦਾ ਟ੍ਰਿਪ ਪਰਮਿਟ ਲੈ ਕੇ ਬਾਹਰ ਜਾਈਏ। ਕਈ ਵਾਰ ਸੱਜਣ ਇਸ ਚੀਜ਼ ਨੂੰ ਵੀ ਵਰਤਦੇ ਆ ਕਿ ਜਿਹੜੇ ਇੱਥੋਂ ਕੇਵਲ ਰੀਨੋ ਨੂੰ ਜਾਂ ਓਰੇਗਨ ਨੂੰ ਸਾਲ 'ਚ 2-4 ਵਾਰ ਜਾਂਦੇ ਆ, ਉਹ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ ਕਿ ਉਹ ਰਜਿਸਟ੍ਰੇਸ਼ਨ ਜਿਹੜੀ ਹੈ, ਜਾਂ ਹੋਰ ਉਹਦੇ ਕਈ ਕਾਰਨ ਜਿਹੜੇ ਅਸੀਂ ਅੱਗੇ ਵਿਸਥਾਰ ਦੇ ਨਾਲ ਜਾਣਾਂਗੇ, ਉਹਨਾਂ ਨੂੰ ਵਾਚਾਂਗੇ ਕਿ ਕਿਹਨਾਂ ਕੇਸਾਂ ਵਿੱਚ ਅਸੀਂ
ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ IRP ਰਜਿਸਟ੍ਰੇਸ਼ਨ ਨਾ ਲਈਏ। ਪਰ ਜੇਕਰ ਅਸੀਂ ਪਰਮਾਨੈਂਟਲੀ ਕੈਲੀਫੋਰਨੀਆ ਤੋਂ ਬਾਹਰ ਜਾਂਦੇ ਹਾਂ, ਪਰਮਾਨੈਂਟਲੀ ਅਸੀਂ ਕੈਲੀਫੋਰਨੀਆ ਤੋਂ ਬਾਹਰ ਵਿਚਰਦੇ ਹਾਂ, ਅਸੀਂ ਆਪਣੇ ਟਰੱਕ ਨੂੰ ਓਰੇਗਨ, 48 ਸਟੇਟ, 11 ਵੈਸਟਰਨ ਜਾਂ ਵਾਸ਼ਿੰਗਟਨ ਨੂੰ ਕਿਤੇ ਵੀ ਲੈ ਕੇ ਜਾਂਦੇ ਹਾਂ, ਤੇ ਫਿਰ ਸਾਡੇ ਵਾਸਤੇ IRP ਰਜਿਸਟ੍ਰੇਸ਼ਨ ਕਰਾਉਣਾ ਜਿਹੜਾ ਉਹ ਕੇਵਲ ਤੇ ਕੇਵਲ ਇਹੀ ਇੱਕ ਢੰਗ ਹੈ। IRP ਰਜਿਸਟ੍ਰੇਸ਼ਨ ਦੇ ਅੰਡਰ ਇਸ਼ੂ ਹੋਣ ਵਾਲੇ ਰਜਿਸਟ੍ਰੇਸ਼ਨ ਕਾਰਡ ਨੂੰ ਅਕਸਰ ਆਮ ਲੈਂਗੁਏਜ ਦੇ ਵਿੱਚ ਕੈਬ ਕਾਰਡ ਆਖਿਆ ਜਾਂਦਾ ਹੈ। ਬਹੁਤ ਵਾਰੀ ਸਾਡੇ ਸੱਜਣ ਰਜਿਸਟ੍ਰੇਸ਼ਨ ਔਰ ਕੈਬ ਕਾਰਡ ਨੂੰ ਲੈ ਕੇ ਕਨਫਿਊਜ਼ ਹੋ ਜਾਂਦੇ ਹਨ, ਅਕਸਰ ਇਸ ਬਾਰੇ ਸਵਾਲ ਪੁੱਛਦੇ ਹਨ। ਅਸਲ ਵਿੱਚ ਜਿਹੜਾ IRP ਰਜਿਸਟ੍ਰੇਸ਼ਨ ਕਾਰਡ ਹੈ ਉਹਨੂੰ ਕੈਬ ਕਾਰਡ ਹੀ ਆਖਿਆ ਜਾਂਦਾ ਹੈ। ਕਿਵੇਂ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਹੈ? ਅੱਜ ਤੋਂ ਕੋਈ 10 ਕੁ ਸਾਲ ਪਹਿਲਾਂ ਸਾਡੇ ਕੋਲ ਇਹ ਆਪਸ਼ਨ ਹੁੰਦੀ ਸੀ ਕਿ ਅਸੀਂ ਕੈਲੀਫੋਰਨੀਆ ਤੋਂ ਅਗਰ ਬਾਹਰ ਜਾਂਦੇ ਹਾਂ ਤਾਂ ਜਿੰਨੇ ਸਟੇਟਸ ਦੇ ਵਿੱਚ ਅਸੀਂ ਆਪਣਾ ਟਰੱਕ ਚਲਾਉਣਾ ਹੈ, ਉਦਾਹਰਨ ਦੇ ਤੌਰ ਤੇ ਅਗਰ ਅਸੀਂ ਇੱਥੋਂ ਵਾਸ਼ਿੰਗਟਨ ਹੀ ਜਾਣਾ ਹੈ ਤੇ ਅਸੀਂ ਕੇਵਲ ਤੇ ਕੇਵਲ 3 ਸਟੇਟਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਵੀ ਲੈ ਸਕਦੇ ਸੀ IRP ਦੇ ਤਹਿਤ। ਸੋ ਅਗਰ ਅਸੀਂ 11 ਵੈਸਟਰਨ ਸਟੇਟ ਜਿਹੜੀਆਂ ਅੱਗੇ ਬੜੀਆਂ ਪਪੂਲਰ ਸੀਗੀਆਂ, ਇੱਥੋਂ 3 ਸਟੇਟ ਸੇ ਔਰ ਟੈਕਸਸ ਤੱਕ, ਇਧਰੋਂ ਕੋਲੋਰਾਡੋ, ਆਈਡਾਹੋ, ਯੂਟਾ, ਨਿਊ ਮੈਕਸੀਕੋ, ਐਰੀਜ਼ੋਨਾ, ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ, ਜਿਹੜੀਆਂ ਇਹ ਸਟੇਟਸ ਵਿੱਚ, ਮੋਂਟਾਨਾ, ਇਹਨਾਂ ਸਟੇਟ ਵਿੱਚ ਹੋਣ ਵਾਲੀ ਰਜਿਸਟ੍ਰੇਸ਼ਨ ਨੂੰ 11 ਵੈਸਟਰਨ ਦੀ ਕਿਹਾ ਜਾਂਦਾ ਸੀ। ਪਰ 2012 ਤੋਂ ਬਾਅਦ ਕੈਲੀਫੋਰਨੀਆ ਸਟੇਟ ਨੇ ਇਸ ਚੀਜ਼ ਨੂੰ 13 ਤੋਂ ਬਾਅਦ ਕੈਲੀਫੋਰਨੀਆ ਸਟੇਟ ਨੇ ਇਸ ਚੀਜ਼ ਨੂੰ ਬੰਦ ਕਰ ਦਿੱਤਾ। ਉਹਨਾਂ ਨੇ ਇਸ ਤੋਂ ਬਾਅਦ ਜਿਹੜਾ ਹੈ ਸਾਰੇ ਕੈਲੀਫੋਰਨੀਆ ਦੇ ਵਿੱਚ ਕੋਈ ਵੀ IRP ਰਜਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਉਹਨੂੰ ਕੇਵਲ ਤੇ ਕੇਵਲ 48 ਸਟੇਟਾਂ ਅਮਰੀਕਾ ਦੀਆਂ ਔਰ ਕੈਨੇਡੀਅਨ ਜਿਹੜੀਆਂ ਹੈਗੀਆਂ, ਬਾਕੀ ਸਾਰੀਆਂ ਸਟੇਟ ਜਿਹੜੀਆਂ ਕੈਨੇਡੀਅਨ ਪ੍ਰੋਵਿੰਸਸ ਹੈਗੀਆਂ ਉਹ ਇਕੱਠੀਆਂ ਮਿਲਦੀਆਂ। ਕੈਨੇਡੀਅਨ ਪ੍ਰੋਵਿੰਸ ਦੇ ਵਿੱਚ ਜਿਹੜਾ weight ਹੈ ਉਹ 34,500 ਦੇ ਕਰੀਬ ਕਿਲੋਗ੍ਰਾਮ ਦੇ ਵਿੱਚ ਵੈਲਿਡ ਹੁੰਦਾ ਹੈ, ਜਦਕਿ ਜਿਹੜਾ ਹੈਗਾ ਕੈਲੀਫੋਰਨੀਆ ਦੇ ਵਿੱਚ ਜਾਂ ਕੈਲੀਫੋਰਨੀਆ ਤੋਂ ਬਾਹਰ ਵਾਲੀਆਂ ਜਿਹੜੀਆਂ ਅਮਰੀਕਨ ਸਟੇਟਸ ਹਨ ਉਹਨਾਂ ਦੇ ਵਿੱਚ ਜਿਹੜਾ ਭਾਰ ਹੈ ਉਹ 80,000 ਪਾਉਂਡ ਤੱਕ ਦਾ ਅਸੀਂ ਜਿਹੜਾ ਰਜਿਸਟਰ ਕਰਵਾਉਂਦੇ। IRP ਰਜਿਸਟ੍ਰੇਸ਼ਨ ਦੇ ਵੇਲੇ ਕੀ ਸਾਨੂੰ ਕੁਆਲੀਫਾਈ ਕਰਨ ਵਾਸਤੇ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ, ਇਹਦੇ ਉੱਤੇ ਮੈਂ ਬਹੁਤ ਤਫਸੀਲ ਦੇ ਨਾਲ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗਾ। ਸੋ ਜਿਹੜੇ ਵੀ ਸੱਜਣ IRP ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ ਜਾਂ IRP ਰਜਿਸਟ੍ਰੇਸ਼ਨ ਵਿੱਚ ਇੱਛੁਕ ਹਨ, ਉਹਨਾਂ ਵਾਸਤੇ ਬੜੀ ਸਮਝਣ ਵਾਲੀ ਧਿਆਨ ਨਾਲ ਗੱਲ ਹੈ, ਕਿਉਂਕਿ IRP ਰਜਿਸਟ੍ਰੇਸ਼ਨ ਜਿਹੜੀ ਹੈ ਉਹਦੇ ਵਿੱਚ ਕਾਫੀ ਸਾਰੀਆਂ ਜ਼ਰੂਰਤਾਂ ਹੁੰਦੀਆਂ। ਨੰਬਰ 1 ਬੈਨੀਫਿਟ ਜਿਹੜਾ IRP ਰਜਿਸਟ੍ਰੇਸ਼ਨ ਦਾ ਲੋਕਲ ਰਜਿਸਟ੍ਰੇਸ਼ਨ ਦੇ ਮੁਕਾਬਲੇ ਜ਼ਿਆਦਾ ਵਧੀਆ ਹੈ, ਉਹ ਹੈ ਕਿ IRP ਰਜਿਸਟ੍ਰੇਸ਼ਨ ਦੇ ਅੰਦਰ ਰਜਿਸਟਰਡ ਹੋਣ ਵਾਲੇ ਟਰੱਕ ਦਾ ਅਗਰ ਟਾਈਟਲ ਅਸੀਂ ਟ੍ਰਾਂਸਫਰ ਕਰਾਉਨੇ ਆ ਤੇ ਉਹਦੇ ਉੱਤੇ ਸੇਲ ਟੈਕਸ ਜਿਹੜਾ ਆ ਉਹ ਕੁਝ ਕੰਡੀਸ਼ਨ ਦੇ ਵਿੱਚ ਨਹੀਂ ਪੈਂਦਾ, ਜਦਕਿ ਲੋਕਲ ਰਜਿਸਟ੍ਰੇਸ਼ਨ ਜਦੋਂ ਟਰੱਕ ਨਵਾਂ ਬਾਈ ਕਰਦੇ ਆ, ਅਗਰ ਅਸੀਂ ਬਾਹਰ ਨੂੰ ਚੱਲਣਾ IRP ਰਜਿਸਟ੍ਰੇਸ਼ਨ ਹੈ ਤਾਂ ਉਹ ਇੱਕ ਕੁਆਲੀਫਿਕੇਸ਼ਨ ਬਣ ਜਾਂਦੀ ਹੈ ਸਾਨੂੰ ਟੈਕਸ ਨਾ ਪੇ ਕਰਨ ਵਾਸਤੇ। ਸੇਲ ਟੈਕਸ ਤੋਂ ਜਾਂ ਯੂਜ਼ ਟੈਕਸ ਤੋਂ ਉਹ ਐਗਜ਼ੈਂਪਟ ਹੋ ਜਾਂਦਾ, 1-2 ਕੰਡੀਸ਼ਨਸ ਹੋਰ ਅਗਰ ਉਹਦੇ ਉੱਤੇ ਇੰਪਲੀਮੈਂਟ ਹੁੰਦੀਆਂ ਨੇ, ਜਦਕਿ ਲੋਕਲ ਰਜਿਸਟ੍ਰੇਸ਼ਨ ਜਿਹੜੀ ਹੈ ਉਹਦੇ ਉੱਤੇ ਸਾਨੂੰ ਸੇਲ ਟੈਕਸ ਜਿਹੜਾ ਦੇਣਾ ਹੈ ਉਹ ਜ਼ਰੂਰੀ ਹੈ। ਇਸ ਕਰਕੇ IRP ਰਜਿਸਟ੍ਰੇਸ਼ਨ ਨੂੰ ਵੀ ਅਸੀਂ ਬਹੁਤ ਵਾਰੀ ਪ੍ਰੈਫਰ ਕਰਦੇ ਹਾਂ ਜਦੋਂ ਅਸੀਂ ਕੈਲੀਫੋਰਨੀਆ ਤੋਂ ਬਾਹਰ ਚੱਲਦੇ ਹਾਂ। ਦੂਸਰੀ ਗੱਲ, ਲੋਕਲ ਰਜਿਸਟ੍ਰੇਸ਼ਨ ਵਾਸਤੇ ਸਾਨੂੰ ਇੰਟਰਾਸਟੇਟ DOT ਹੋਣ ਦੀ ਜ਼ਰੂਰਤ ਲੈਣ ਦੀ ਜ਼ਰੂਰਤ ਇੰਟਰਸਟੇਟ DOT ਲੈਣ ਦੀ ਜ਼ਰੂਰਤ ਨਹੀਂ ਹੈ, ਜਦਕਿ IRP ਰਜਿਸਟ੍ਰੇਸ਼ਨ ਵਾਸਤੇ ਸਾਡੇ ਕੋਲ ਇੰਟਰਸਟੇਟ DOT, ਮੈਂ ਫਿਰ ਕਹਿ ਰਿਹਾ ਕਿ ਇੰਟਰਸਟੇਟ DOT ਔਰ MC ਨੰਬਰ ਜਿਹੜਾ ਹੈ ਉਹ ਹੋਣਾ ਜ਼ਰੂਰੀ ਹੈ। ਵਿਦਾਊਟ ਇੰਟਰਸਟੇਟ DOT ਨੰਬਰ IRP ਰਜਿਸਟ੍ਰੇਸ਼ਨ ਨਹੀਂ ਹੋ ਸਕਦੀ, ਔਰ ਇਹ DOT ਨੰਬਰ ਜਾਂ ਐਕਟਿਵ ਸਟੇਟਸ ਵਿੱਚ ਹੋਣਾ ਚਾਹੀਦਾ ਹੈ ਜਾਂ ਨਾਟ ਆਥੋਰਾਈਜ਼ਡ ਵਿੱਚ ਵੀ ਹੋ ਸਕਦਾ ਹੈ, ਪਰ ਇਨਐਕਟਿਵ DOT ਦੇ ਉੱਤੇ ਕੈਲੀਫੋਰਨੀਆ ਦੇ ਵਿੱਚ IRP ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਦਾਚਿਤ ਵੀ ਨਹੀਂ ਮਿਲ ਸਕਦੀ। ਸੋ ਨੰਬਰ 1 IRP ਰਜਿਸਟ੍ਰੇਸ਼ਨ ਲੈਣ ਵਾਸਤੇ ਸਾਡੇ ਕੋਲ ਜਿਹੜਾ DOT ਨੰਬਰ ਹੈ ਉਹ ਇੰਟਰਸਟੇਟ ਹੋਣਾ ਚਾਹੀਦਾ ਹੈ ਔਰ ਉਹਦਾ ਸਟੇਟਸ ਇਨਐਕਟਿਵ ਨਹੀਂ ਹੋਣਾ ਚਾਹੀਦਾ। ਜਾਂ ਅੱਜਕੱਲ ਕਈ ਵਾਰ ਇੱਥੇ ਮੈਂ ਹੋਰ ਗੱਲ ਦੱਸ ਦਿਆਂ ਕਿ IRP ਰਜਿਸਟ੍ਰੇਸ਼ਨ ਲੈਣ ਵਾਸਤੇ
ਤੁਹਾਡੇ ਨਾਂ ਦੇ ਉੱਤੇ ਬਕਾਇਦਾ ਟਾਈਟਲ ਹੋਣਾ ਜ਼ਰੂਰੀ ਨਹੀਂ ਹੁੰਦਾ, ਕਿਉਂਕਿ ਕੈਲੀਫੋਰਨੀਆ ਦੇ ਵਿੱਚ IRP ਰਜਿਸਟ੍ਰੇਸ਼ਨ ਔਰ ਟਾਈਟਲ ਟ੍ਰਾਂਸਫਰ ਜਿਹੜੀਆਂ ਇਹ ਦੋ ਅਲੱਗ-ਅਲੱਗ ਗੱਲਾਂ। ਅਕਸਰ ਸੱਜਣ ਬਹੁਤ ਸਾਰੇ ਟਰੱਕਰ ਵੀਰ ਜਿਹੜੇ ਆ ਉਹ IRP ਰਜਿਸਟ੍ਰੇਸ਼ਨ ਲੈਣ ਨੂੰ ਹੀ ਟਰੱਕ ਆਪਣੇ ਨਾਂ ਤੇ ਹੋਇਆ ਸਮਝ ਲੈਂਦੇ ਹਨ, ਜਦ ਕਿ ਇਹ ਗੱਲ ਬਿਲਕੁਲ ਗਲਤ ਹੈ। ਸੋ ਜਿਹੜੇ ਵੀ ਸੱਜਣ IRP ਰਜਿਸਟ੍ਰੇਸ਼ਨ ਜਦੋਂ ਟਰੱਕ ਦੀ ਕਰਵਾਉਂਦੇ ਹਨ ਤਾਂ ਉਹ ਇਸ ਗੱਲ ਨੂੰ ਮੇਕ ਸ਼ੋਰ ਕਰਨ ਕਿ ਟਾਈਟਲ ਜਿਹੜਾ ਆ ਉਹਨਾਂ ਦੇ ਨਾਂ ਤੇ ਅਲੱਗ ਤੋਂ ਅਲੱਗ ਟ੍ਰਾਂਜੈਕਸ਼ਨ ਦੇ ਅੰਡਰ ਟ੍ਰਾਂਸਫਰ ਹੋਵੇ। IRP ਪਲੇਟਾਂ ਆਪਣੇ ਨਾਂ ਦੇ ਉੱਤੇ ਲੈਣ ਦਾ ਕਦਾਚਿਤ ਵੀ ਮਤਲਬ ਟਰੱਕ ਦੇ ਮਾਲਕ ਹੋਣਾ ਨਹੀਂ ਹੈ, ਜਦਕਿ ਲੋਕਲ ਰਜਿਸਟ੍ਰੇਸ਼ਨ ਦੇ ਅੰਦਰ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਲੋਕਲ ਰਜਿਸਟ੍ਰੇਸ਼ਨ ਤੁਹਾਡੇ ਨਾਂ ਤੇ ਤਾਂ ਹੀ ਹੋ ਸਕਦੀ ਹੈ ਜੇਕਰ ਤੁਸੀਂ ਉਸ ਟਰੱਕ ਦੇ ਵਿੱਚ ਬਕਾਇਦਾ ਟਾਈਟਲ ਦੇ ਵਿੱਚ ਤੁਹਾਡਾ ਨਾਮ ਬੀਇੰਗ ਏ ਪਰਚੇਜ਼ਰ ਜਾਂ ਬੀਇੰਗ ਏ ਓਨਰ ਜਾਂ ਬੀਇੰਗ ਏ ਲੈਸੋਰ ਅਗਰ ਪਿਆ ਹੈ ਤਾਂ ਹੀ ਤੁਸੀਂ ਲੋਕਲ ਰਜਿਸਟ੍ਰੇਸ਼ਨ ਲੈ ਸਕਦੇ ਹੋ। ਪਰ ਬਾਹਰਲੀਆਂ ਪਲੇਟਾਂ ਵਾਸਤੇ IRP ਪਲੇਟਸ ਵਾਸਤੇ ਟਾਈਟਲ ਤੁਹਾਡੇ ਨਾਂ ਤੇ ਹੋਣਾ ਜ਼ਰੂਰੀ ਨਹੀਂ। ਸੋ ਉਹ ਟਰੱਕਰ ਵੀਰ ਜਿਹੜੇ ਨਵਾਂ ਟਰੱਕ ਜਾਂ ਯੂਜ਼ਡ ਟਰੱਕ ਬਾਏ ਕਰ, ਜਦੋਂ ਵੀ ਉਹ ਡੀਲਰ ਕੋਲ ਟਰੱਕ ਲੈਂਦੇ ਆ ਤੇ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ IRP ਰਜਿਸਟ੍ਰੇਸ਼ਨ ਤੋਂ ਲੈਣ ਤੋਂ ਬਾਅਦ ਉਹ ਡੀਲਰ ਨੂੰ ਜਾਂ ਜਿੱਥੋਂ ਵੀ ਉਹਨਾਂ ਨੇ ਟਰੱਕ ਬਾਏ ਕੀਤਾ ਉਹ ਇਸ ਗੱਲ ਨੂੰ ਮੇਕ ਸ਼ੋਰ ਕਰਨ ਕਿ ਟਾਈਟਲ ਉਹਨਾਂ ਦੇ ਨਾਂ ਤੇ ਹੋਇਆ ਹੋਵੇ। ਅਗਲੀ ਗੱਲ, ਪਹਿਲੀ ਗੱਲ ਜਿਵੇਂ ਮੈਂ ਦੱਸੀ ਕਿ IRP ਪਲੇਟਾਂ ਲੈਣ ਵਾਸਤੇ ਬਹੁਤ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ DOT ਇੰਟਰਸਟੇਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਕੋਲ DOT ਇੰਟਰਸਟੇਟ ਨਹੀਂ ਹੈ ਤਾਂ ਇਹਦਾ ਮਤਲਬ ਤੁਸੀਂ ਓਨਰ ਆਪਰੇਟਰ ਹੋ। ਓਨਰ ਆਪਰੇਟਰ ਤੋਂ ਭਾਵ ਕਿ ਤੁਹਾਡੇ ਕੋਲ ਆਪਣੇ ਪਰਮਿਟ ਨਹੀਂ ਹਨ। ਸੋ ਜੇਕਰ ਤੁਹਾਡੇ ਕੋਲ ਆਪਣੇ ਪਰਮਿਟਸ ਨਹੀਂ ਹਨ, ਆਪਣੀ DOT MC ਨੰਬਰ ਜਾਂ ਨਿਊ ਮੈਕਸੀਕੋ EFTA ਪਰਮਿਟ ਤੁਹਾਡੇ ਕੋਲ ਨਹੀਂ ਹਨ, ਤਾਂ ਫਿਰ ਉਸ ਕੇਸ ਵਿੱਚ ਤੁਹਾਡਾ ਟਰੱਕ ਜਿਹੜਾ ਆ ਉਹ ਕਿਸੇ ਕੈਰੀਅਰ ਤੋਂ ਭਾਵ ਜਿਹਦੇ ਕੋਲ ਆਪਣੀ DOT ਨੰਬਰ ਹੈ, ਕਿਸੇ ਕੈਰੀਅਰ ਨੂੰ ਲੀਜ਼ ਐਗਰੀਮੈਂਟ ਦੇ ਥਰੂ ਬਕਾਇਦਾ ਲੀਜ਼ ਹੋਏਗਾ। ਜਾਂ ਤਾਂ ਤੁਹਾਡੇ ਕੋਲ ਆਪਣੇ ਨਾਂ ਦੇ ਉੱਤੇ DOT ਹੋਣੀ ਚਾਹੀਦੀ ਹੈ। ਅਗਰ ਨਹੀਂ ਆਪਣੇ ਨਾਂ ਦੀ DOT ਤਾਂ ਤੁਸੀਂ ਆਪਣਾ ਜਿਹੜਾ ਟਰੱਕ ਆ ਉਹ ਕਿਸੇ ਹੋਰ ਕੈਰੀਅਰ ਨੂੰ ਭਾਵ ਕਿਸੇ ਹੋਰ ਇੰਟਰਸਟੇਟ ਅਥਾਰਟੀ ਵਾਲੀ ਕੰਪਨੀ ਨੂੰ, ਜਿਹਦੇ ਕੋਲ ਐਕਟਿਵ ਇੰਟਰਸਟੇਟ ਅਥਾਰਟੀ ਹੈ, ਉਹਨੂੰ ਆਪਣਾ ਟਰੱਕ ਤੁਸੀਂ ਲੀਜ਼ ਕਰੋਗੇ। ਉਹਦੇ ਵਿੱਚ ਤੁਸੀਂ ਆਪਣੇ ਉਹਦੇ ਓਨਰ ਟਰੱਕ ਅਖਵਾਓਗੇ ਔਰ ਟਰੱਕ ਦੇ ਬਾਹਰ ਜਿਹੜੇ ਸਾਈਨ ਹਨ ਉਸ ਕੰਪਨੀ ਦੇ ਲੱਗਣਗੇ ਜਿਸ ਕੰਪਨੀ ਦੇ DOT ਨੰਬਰ ਦੇ ਨਾਲ ਤੁਹਾਡਾ ਲੀਜ਼ ਐਗਰੀਮੈਂਟ ਹੋਇਆ, ਔਰ ਕੈਬ ਕਾਰਡ ਦੇ ਬਿਲੋ ਬਾਟਮ ਐਂਡ ਦੇ ਉੱਤੇ ਉਸ ਕੰਪਨੀ ਦਾ ਨਾਮ ਔਰ ਉਸ ਕੰਪਨੀ ਦੀ DOT ਜਿਹੜੀ ਹੈ ਉਹ ਨੰਬਰ ਪਿਆ ਹੋਣਾ ਚਾਹੀਦਾ। ਉਹਨੂੰ ਅਸੀਂ ਆਪਣੀ ਟੈਕਨੀਕਲ ਲੈਂਗੁਏਜ ਦੇ ਵਿੱਚ ਕੈਰੀਅਰ ਰਿਸਪੌਂਸਿਬਿਲਟੀ ਫਾਰ ਸੇਫਟੀ ਕਹਿੰਦੇ ਆ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਟਰੱਕ ਰੋਡ ਦੇ ਉੱਤੇ ਲੈ ਕੇ ਜਾਣਾ ਤਾਂ ਕਿਹੜੀ DOT ਜਿਹੜੀ ਹੈ ਉਸ ਵਹੀਕਲ ਦੀ ਸੇਫਟੀ ਵਾਸਤੇ ਰਿਸਪੌਂਸਿਬਲ ਹੋਵੇਗੀ, ਉਹਨੂੰ ਅਸੀਂ ਕੈਰੀਅਰ ਰਿਸਪੌਂਸਿਬਲ ਫਾਰ ਸੇਫਟੀ ਆਖਦੇ ਹਾਂ। ਔਰ ਉਹ ਕੈਰੀਅਰ ਭਾਵ ਉਹ DOT ਦਾ ਨੰਬਰ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ, ਬੇਸ਼ੱਕ ਤੁਹਾਡਾ ਉਹ ਆਪਣਾ ਨੰਬਰ ਹੋਵੇ ਜਾਂ ਉਹ ਕਿਸੇ ਹੋਰ ਕੰਪਨੀ ਤੋਂ ਹੋਵੇ। ਜੇਕਰ ਕਿਸੇ ਹੋਰ ਕੰਪਨੀ ਤੋਂ ਹੈ ਤਾਂ ਤੁਹਾਡਾ ਲੀਜ਼ ਐਗਰੀਮੈਂਟ ਬਣਨਾ ਜ਼ਰੂਰੀ ਹੈ। ਜੇਕਰ ਤੁਹਾਡਾ ਆਪਣਾ DOT ਨੰਬਰ ਹੈ ਤਾਂ ਉਹਦੇ ਬਾਟਮ ਦੇ ਉੱਤੇ, ਕੈਬ ਕਾਰਡ ਦੇ ਬਾਟਮ ਦੇ ਉੱਤੇ ਭਾਵ ਰਜਿਸਟ੍ਰੇਸ਼ਨ ਦੇ ਬਾਟਮ ਦੇ ਉੱਤੇ ਉਹ DOT ਨੰਬਰ ਬਕਾਇਦਾ ਆਏਗਾ। ਅਗਲੀ ਚੀਜ਼ ਡਿਪਾਰਟਮੈਂਟ ਇਹਦੇ ਵਾਸਤੇ ਲਾਇਸੈਂਸ ਪਲੇਟਾਂ IRP ਪਲੇਟਾਂ ਲੈਣ ਵਾਸਤੇ ਅਗਲਾ ਜਿਹੜੀ ਚੀਜ਼ ਜ਼ਰੂਰੀ ਹੈ ਉਹ ਹੈ ਵਿਨ ਵੈਰੀਫਿਕੇਸ਼ਨ ਜਾਂ ਕੈਲੀਫੋਰਨੀਆ ਟਾਈਟਲ ਦੀ ਕਾਪੀ। ਵਿਨ ਵੈਰੀਫਿਕੇਸ਼ਨ ਜਾਂ ਕੈਲੀਫੋਰਨੀਆ ਦੀ ਟਾਈਟਲ ਦੀ ਕਾਪੀ ਤੋਂ ਬਗੈਰ ਕੈਲੀਫੋਰਨੀਆ ਵਿੱਚ IRP ਰਜਿਸਟ੍ਰੇਸ਼ਨ ਨਹੀਂ ਹੋ ਸਕਦੀ। ਜਿਹੜੇ ਵੀ ਸੱਜਣ IRP ਰਜਿਸਟ੍ਰੇਸ਼ਨ ਕਰਵਾਉਣੀ ਚਾਹੁੰਦੇ ਹਨ ਉਹਨਾਂ ਦੇ ਇਹ ਜ਼ਰੂਰੀ ਹੈ ਕਿ ਉਹ ਰਜਿਸਟ੍ਰੇਸ਼ਨ ਕਰਾਉਣ ਤੋਂ ਪਹਿਲਾਂ ਟਾਈਟਲ ਦੀ ਕਾਪੀ ਕੈਲੀਫੋਰਨੀਆ ਕਿਸੇ ਵੀ ਅਦਰ ਸਟੇਟ ਦਾ ਟਾਈਟਲ ਜਿਹੜਾ ਉਹਨੂੰ ਬਤੌਰ ਕੈਲੀਫੋਰਨੀਆ ਦੇ ਵਿਨ ਵੈਰੀਫਿਕੇਸ਼ਨ ਦੇ ਬਤੌਰ ਨਹੀਂ ਵਰਤਿਆ ਜਾ ਸਕਦਾ। ਸੋ ਟਾਈਟਲ ਬੇਸ਼ੱਕ ਉਹ ਕਿਸੇ ਦੇ ਵੀ ਨਾਂ ਤੇ ਕਿਉਂ ਨਾ ਹੋਵੇ, ਟਾਈਟਲ ਤੁਹਾਡੇ ਕੋਲ ਅਗਰ ਕੈਲੀਫੋਰਨੀਆ ਦਾ ਹੈ ਜਾਂ ਤੁਹਾਡੇ ਕੋਲ ਵਿਨ ਵੈਰੀਫਿਕੇਸ਼ਨ ਕਿਸੇ ਪੁਲਿਸ ਵਾਲੇ ਦੇ ਕੋਲੋਂ, ਕਿਸੇ ਵਿਨ ਵੈਰੀਫਾਇਰ ਦੇ ਕੋਲੋਂ ਜਾਂ DMV ਕੋਲ ਹੋਇਆ ਹੋਣਾ ਜ਼ਰੂਰੀ। ਉਸ ਤੋਂ ਅੱਗੇ ਜਿਹੜੀ ਚੀਜ਼ ਹੈ ਉਹ ਹੈ ਪ੍ਰੂਫ ਆਫ ਰੈਜ਼ੀਡੈਂਸ। 3 ਤਰ੍ਹਾਂ ਦਾ ਪ੍ਰੂਫ ਆਫ ਰੈਜ਼ੀਡੈਂਸ ਜਿਹੜਾ ਆ ਉਹ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਉਹਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਹਨ। ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਇੱਕ ਪਾਰਟਿਕੂਲਰ ਕੈਟਾਗਰੀ ਦੇ ਵਿੱਚੋਂ ਕੇਵਲ ਤੇ ਕੇਵਲ ਇੱਕ ਹੀ ਪ੍ਰੂਫ ਜਿਹੜਾ ਆ ਉਹ ਬਤੌਰ ਰੈਜ਼ੀਡੈਂਸ ਵਰਤਿਆ ਜਾ ਸਕਦਾ ਹੈ।
ਮਿਸਾਲ ਦੇ ਤੌਰ ਤੇ ਅਗਰ ਯੂਟਿਲਿਟੀ ਬਿੱਲ ਦੀ ਗੱਲ ਆਉਂਦੀ ਹੈ ਤਾਂ ਕੇਵਲ ਤੇ ਕੇਵਲ ਇੱਕ ਹੀ ਯੂਟਿਲਿਟੀ ਬਿੱਲ ਜਿਹੜਾ ਆ ਉਹੀ ਬਤੌਰ ਇੱਕ ਪ੍ਰੂਫ ਦੇ ਵਰਤਿਆ ਜਾ ਸਕਦਾ। ਇੰਜ ਨਹੀਂ ਕਿ ਅਸੀਂ ਯੂਟਿਲਿਟੀ ਬਿੱਲ ਵਿੱਚੋਂ PG&E ਦਾ ਜਾਂ ਗੈਸ ਦਾ ਬਿੱਲ ਵੀ ਲਗਾ ਦਈਏ ਔਰ ਵਾਟਰ ਦਾ ਬਿੱਲ ਵੀ ਲਗਾ ਦਈਏ ਔਰ ਗਾਰਬੇਜ ਦਾ ਬਿੱਲ ਵੀ ਲਗਾ ਦਈਏ ਜਾਂ ਆਪਣੀ ਕੇਬਲ ਦਾ ਜਾਂ ਆਪਣੀ ਲੈਂਡਲਾਈਨ ਫੋਨ ਦਾ ਬਿੱਲ ਲਗਵਾ ਦਈਏ। ਸੋ ਇਹ ਸਾਰੇ ਬਿੱਲ ਦੇ ਵਿੱਚ ਜਿਹੜੇ ਯੂਟਿਲਿਟੀ ਬਿੱਲ ਦੇ ਵਿੱਚ ਬੇਸਿਕ ਤੌਰ ਤੇ PG&E ਜਾਂ ਇਲੈਕਟ੍ਰਿਸਿਟੀ ਬਿੱਲ, ਤੁਹਾਡਾ ਵਾਟਰ ਬਿੱਲ, ਤੁਹਾਡਾ ਗਾਰਬੇਜ ਬਿੱਲ, ਤੁਹਾਡਾ ਕੇਬਲ ਦਾ ਬਿੱਲ ਜਾਂ ਤੁਹਾਡਾ ਲੈਂਡਲਾਈਨ ਦਾ ਫੋਨ, ਇਹਨਾਂ ਪੰਜਾਂ ਦੇ ਵਿੱਚੋਂ ਕੋਈ ਇੱਕ ਬਿੱਲ ਜਿਹੜਾ ਆ ਉਹ ਬਤੌਰ ਪ੍ਰੂਫ ਆਫ ਐਡਰੈਸ ਲਗਾਇਆ ਜਾ ਸਕਦਾ। ਬੈਂਕ ਸਟੇਟਮੈਂਟ, ਕੋਈ ਤੁਹਾਡੇ ਇਮੀਗ੍ਰੇਸ਼ਨ ਦੇ ਕੇਸ ਦੀ ਕਾਪੀ, ਕੋਈ ਕ੍ਰੈਡਿਟ ਕਾਰਡ ਦਾ ਬਿੱਲ, ਤੁਹਾਡੇ ਸੈੱਲ ਫੋਨ ਦਾ ਬਿੱਲ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਡਾਕੂਮੈਂਟ ਜਾਂ ਕਿਸੇ ਵੀ ਤਰ੍ਹਾਂ ਦੀ ਘਰੇ ਆਈ ਹੋਈ ਲੈਟਰ ਬਤੌਰ ਪ੍ਰੂਫ ਆਫ ਐਡਰੈਸ ਵਰਤੋਂ ਨਹੀਂ ਕੀਤੀ ਜਾ ਸਕਦੀ। ਸੋ ਅਕਸਰ ਕਈ ਵਾਰ ਸੱਜਣ ਬੈਂਕ ਸਟੇਟਮੈਂਟ ਜਾਂ ਕ੍ਰੈਡਿਟ ਕਾਰਡ ਦੀ ਕਾਪੀ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਤੌਰ ਪ੍ਰੂਫ ਆਫ ਐਡਰੈਸ ਭੇਜਦੇ ਆ ਜਿਹੜੀਆਂ ਕਿ ਨਹੀਂ ਲਗਾਈਆਂ ਜਾ ਸਕਦੀਆਂ। ਉਸ ਤੋਂ ਇਲਾਵਾ ਜਿਹੜਾ ਅਗਲਾ ਯੂਟਿਲਿਟੀ ਬਿੱਲ ਇੱਕ ਕੈਟਾਗਰੀ ਹੋ ਗਈ, ਉਸ ਤੋਂ ਬਾਅਦ ਅਗਲੀ ਕੈਟਾਗਰੀ ਜਿਹੜੀ ਹੈ ਉਹ ਹੈ ਟੈਕਸ ਰਿਟਰਨ। ਕੈਲੀਫੋਰਨੀਆ ਵਿੱਚ ਕਿਸੇ ਵੀ ਜਗ੍ਹਾ ਦੀ ਟੈਕਸ ਰਿਟਰਨ ਜਿਹੜੀ ਹੈ ਉਹ ਬਤੌਰ ਪ੍ਰੂਫ ਆਫ ਐਡਰੈਸ ਪੇਸ਼ ਕੀਤੀ ਜਾ ਸਕਦੀ ਹੈ। ਨੰਬਰ 3, ਕੈਲੀਫੋਰਨੀਆ ਡਰਾਈਵਿੰਗ ਲਾਇਸੈਂਸ। ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਨਾਨ ਕਮਰਸ਼ੀਅਲ ਲਾਇਸੈਂਸ, C ਕਲਾਸ, B ਕਲਾਸ, ਨਾਨ ਕਮਰਸ਼ੀਅਲ ਕੋਈ ਵੀ ਜਿਹੜਾ ਲਾਇਸੈਂਸ ਆ ਉਹਨੂੰ ਬਤੌਰ ਪ੍ਰੂਫ ਆਫ ਐਡਰੈਸ ਜਿਹੜਾ ਆ ਉਹ ਨਹੀਂ ਪੇਸ਼ ਕੀਤਾ ਜਾ ਸਕਦਾ। ਤੀਜੀ ਕੈਟਾਗਰੀ ਵਿੱਚ ਕੈਲੀਫੋਰਨੀਆ ਡਰਾਈਵਿੰਗ ਲਾਇਸੈਂਸ, ਕੈਲੀਫੋਰਨੀਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਬਤੌਰ ਪ੍ਰੂਫ ਪੇਸ਼ ਕੀਤਾ ਜਾ ਸਕਦਾ। ਨੰਬਰ 4 ਕੈਟਾਗਰੀ ਜਿਹੜੀ ਹੈ ਉਹਦੇ ਵਿੱਚ ਲੀਜ਼ ਐਗਰੀਮੈਂਟ, ਜੇਕਰ ਅਪਾਰਟਮੈਂਟ ਹੈ ਜਾਂ ਘਰ ਹੈ ਉਹਦਾ ਲੀਜ਼ ਐਗਰੀਮੈਂਟ ਬਤੌਰ ਪ੍ਰੂਫ, ਉਹਦੀ ਮਾਰਗੇਜ ਸਟੇਟਮੈਂਟ, ਉਹਦੀ ਟੈਕਸ ਦੀ ਸਟੇਟਮੈਂਟ, ਕਾਉਂਟੀ ਵੱਲੋਂ ਜਿਹੜਾ ਅਸੀਂ 6 ਮਹੀਨੇ ਬਾਅਦ ਟੈਕਸ ਭਰਦੇ ਹਾਂ ਉਹ ਸਟੇਟਮੈਂਟ, ਕਿਸੇ ਵੀ ਤਰ੍ਹਾਂ ਦਾ ਕੋਈ ਐਸਕਰੋ ਦਾ ਡਾਕੂਮੈਂਟ ਜਿਹੜਾ ਕਿ ਤੁਹਾਡੇ ਕਾਉਂਟੀ ਦੇ ਨਾਲ ਤੁਹਾਡਾ ਐਸਕਰੋ ਤੁਹਾਡੀ ਖੁੱਲਦੀ ਹੈ ਉਹ, ਜਾਂ ਕੋਈ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਘਰ ਦੇ ਟਾਈਟਲ ਦੇ ਨਾਲ ਸੰਬੰਧਿਤ ਡਾਕੂਮੈਂਟ ਜਿਹੜਾ ਬਤੌਰ ਪ੍ਰੂਫ ਆਫ ਐਡਰੈਸ ਉਹਨੂੰ ਪੇਸ਼ ਕੀਤਾ ਜਾ ਸਕਦਾ। ਉਸ ਤੋਂ ਬਾਅਦ ਜੇਕਰ ਤੁਹਾਡੀ ਇਹ ਇੰਡੀਵਿਜੂਅਲ ਦੇ ਵਿੱਚ ਜਿਹੜੇ 5 ਤਰ੍ਹਾਂ ਦੇ ਪ੍ਰੂਫ ਮੈਂ ਤੁਹਾਨੂੰ ਦੱਸਿਆ ਕਿ ਘਰ ਦੀ ਮਾਰਗੇਜ, ਲੀਜ਼ ਜਾਂ ਟੈਕਸ ਦਾ ਡਾਕੂਮੈਂਟ, ਕਮਰਸ਼ੀਅਲ ਲਾਇਸੈਂਸ, ਲੀਜ਼ ਐਗਰੀਮੈਂਟ, ਆਪਣਾ ਡਰਾਈਵਿੰਗ ਲਾਇਸੈਂਸ ਦੀ ਕਾਪੀ, ਯੂਟਿਲਿਟੀ ਬਿੱਲ, ਇਹਨਾਂ ਪੰਜਾਂ ਦੇ ਵਿੱਚੋਂ ਕੋਈ ਵੀ ਇੱਕ ਜਿਹੜਾ ਪੰਜਾਂ ਵਿੱਚੋਂ ਕੋਈ ਵੀ 3 ਜਿਹੜੇ ਆ ਬਤੌਰ ਪ੍ਰੂਫ ਆਫ ਐਡਰੈਸ ਜਿਹੜੇ ਆ ਉਹ ਯੂਜ਼ ਕੀਤੇ ਜਾ ਸਕਦੇ। ਕਾਰਪੋਰੇਸ਼ਨ ਦੇ ਵਿੱਚ ਸਾਡੇ ਕੋਲ ਆਪਸ਼ਨ ਥੋੜੀ ਵੱਧ ਜਾਂਦੀ ਹੈ। ਕਾਰਪੋਰੇਸ਼ਨ ਦੇ ਵਿੱਚ ਬਤੌਰ ਆਰਟੀਕਲ ਆਫ ਕਾਰਪੋਰੇਸ਼ਨ ਔਰ ਜਾਂ ਜਿਹੜੀ ਹੈਗੀ ਆ ਸਟੇਟ ਦੀ ਸਾਈਟ ਤੋਂ ਐਕਟਿਵ ਸਟੇਟਸ ਜਿੱਥੇ ਸਾਡਾ ਕਾਰਪੋਰੇਸ਼ਨ ਦਾ ਹੁੰਦਾ ਉਹਨੂੰ ਵੀ ਬਤੌਰ ਪ੍ਰੂਫ ਆਫ ਐਡਰੈਸ ਪੇਸ਼ ਕੀਤਾ ਜਾ ਸਕਦਾ। ਇਸ ਤੋਂ ਵੀ ਵੱਡੀ ਜਿਹੜੀ ਇਹ 3 ਪ੍ਰੂਫ ਆਫ ਐਡਰੈਸ, ਅਗਰ ਤੁਹਾਡਾ ਟਰੱਕ ਆਪਣੀ ਟਰਕੋ DOT ਨਹੀਂ ਹੈ, ਲੀਜ਼ ਐਗਰੀਮੈਂਟ ਔਰ ਇੰਟਰਸਟੇਟ DOT ਨੰਬਰ ਔਰ ਬਿਨ ਵੈਰੀਫਿਕੇਸ਼ਨ, ਇਹ ਕੁਝ ਡਾਕੂਮੈਂਟ ਹਨ ਜਿਹੜੇ ਤੁਹਾਨੂੰ ਇਸ ਤੋਂ ਇਲਾਵਾ ਬਾਕੀ ਸਕੈਜੂਲਸ ਆ ਜਾਂਦੇ ਹਨ ਬਾਕੀ ਇਸ ਤੋਂ ਇਲਾਵਾ ਤੁਹਾਡੀ 5034 522 ਫਾਰਮ ਜਿਹੜੇ ਉਹ ਬਾਕੀ ਏਜੰਟ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਪਰ ਜਿਹੜੇ ਪ੍ਰੂਫ ਤੁਸੀਂ ਬਣਾ ਕੇ ਦੇਣੇ ਹੈ ਬਤੌਰ ਓਨਰ ਆਫ ਦੈਟ ਟਰੱਕ ਜਾਂ ਬਤੌਰ ਕੈਰੀਅਰ ਜਾਂ ਕਹ ਲਓ ਕਿ ਬਤੌਰ ਟੈਕਨੀਕਲ ਅਗਰ ਵਰਡ ਮੈਂ ਯੂਜ਼ ਕਰਾਂ ਤੇ ਬਤੌਰ ਰਜਿਸਟਰੈਂਟ ਜਿਹੜੇ ਤੁਸੀਂ ਪ੍ਰੂਫ ਦੇਣੇ ਹੁੰਦੇ ਆ ਉਹਨਾਂ ਵਿੱਚ ਇਹ 5 ਤਰ੍ਹਾਂ ਦੇ ਤੇ ਕਾਰਪੋਰੇਸ਼ਨ ਦੇ ਮਾਮਲੇ 'ਚ 2 ਪ੍ਰੂਫ ਸਾਡੇ ਕੋਲ ਹੋਰ ਐਕਸਟਰਾ ਹੋ ਜਾਂਦੇ ਆ। ਇਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਜ਼ਰੂਰੀ ਹੈ ਉਹ ਹੈ BLT ਸਟਾਪ। ਉੱਤੇ ਮੈਂ ਟੂਕ ਮਾਤਰਾ 'ਚ 2-3 ਮਿੰਟ ਵਾਸਤੇ ਗੱਲ ਕਰਾਂਗਾ ਕਿ ਟਰੱਕ ਦੇ ਉੱਤੇ ਸਾਈਟੇਸ਼ਨ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰ੍ਹਾਂ ਦੀ, ਖਾਸ ਕਰਕੇ ਰਿਨਿਊਅਲ ਵੇਲੇ ਜਦੋਂ ਅਸੀਂ ਟਰੱਕ ਨੂੰ ਰਿਨਿਊ ਕਰਵਾਉਂਦੇ ਆ ਤਾਂ ਤੁਹਾਨੂੰ ਮੇਕ ਸ਼ੋਰ ਕਰਨਾ ਪੈਂਦਾ ਕਿ ਟਰੱਕ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਓਨਰ ਰਿਸਪੌਂਸਿਬਿਲਿਟੀ ਸਾਈਟੇਸ਼ਨ ਜਾਂ ਪਾਰਕਿੰਗ ਸਾਈਟੇਸ਼ਨ ਜਾਂ ਕੋਈ ਟੋਲ ਦੀ ਵਾਇਲੇਸ਼ਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਾਈਟੇਸ਼ਨ ਆ ਉਹ ਨਾ ਹੋਵੇ। ਜਦ ਤੱਕ ਵਿਨ ਨੰਬਰ ਕਿਸੇ ਵੀ ਸਾਈਟੇਸ਼ਨ ਤੋਂ ਕਿਸੇ ਵੀ BLT ਸਟਾਪ ਤੋਂ ਕਲੀਅਰ ਨਹੀਂ ਹੁੰਦਾ
ਤਦ ਤੱਕ ਉਹਦੀ IRP ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾ ਸਕਦੀ। IRP ਰਜਿਸਟ੍ਰੇਸ਼ਨ ਦੇ ਵਿੱਚ ਬਹੁਤ ਹੀ ਅਹਿਮ ਅਕਸਰ ਇੱਕ ਲਫ਼ਜ਼ ਸੁਣਨ ਨੂੰ ਮਿਲਦਾ ਕਿ VLT ਸਟਾਪ। ਜਦੋਂ ਅਕਸਰ ਅਸੀਂ ਏਜੰਟ ਦੇ ਕੋਲ ਆਪਣੇ ਟਰੱਕ ਦੀ ਰਜਿਸਟ੍ਰੇਸ਼ਨ ਜਾਂ ਰਿਨਿਊਅਲ ਕਰਵਾਉਣ ਜਾਂਦੇ ਆ ਤੇ ਉਹ ਤੁਹਾਨੂੰ ਕਹਿੰਦਾ ਕਿ ਤੁਹਾਡੇ ਟਰੱਕ ਦੇ ਉੱਤੇ VLT ਸਟਾਪ ਲੱਗਾ ਹੋਇਆ ਹੈ, ਇਸ ਕਰਕੇ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਹੋ ਸਕਦੀ। VLT ਸਟਾਪ ਇੱਕ ਬਹੁਤ ਹੀ ਖਤਰਨਾਕ ਤਰ੍ਹਾਂ ਦੀ ਧਾਰਾ ਹੈ, ਜਿਹਦੀ ਫੁੱਲ ਫਾਰਮ ਵਹੀਕਲ ਲਾਇਸੈਂਸਿੰਗ ਐਂਡ ਟਾਈਟਲਿੰਗ ਫੁੱਲ ਫਾਰਮ ਹੈ, ਜਿਹਦੇ ਵਿੱਚ ਅਗਰ ਤੁਹਾਡਾ ਟਰੱਕ ਜਿਹਦੀ DOT ਅੰਡਰ ਚੱਲ ਰਿਹਾ, ਅਗਰ ਉਹ DOT ਕਿਸੇ ਕਾਰਨ ਸੇਫਟੀ ਆਡਿਟ ਵਿੱਚ ਫੇਲ ਹੋਣ ਤੋਂ ਬਾਅਦ ਇਨਐਕਟਿਵ ਹੁੰਦੀ ਹੈ ਜਾਂ ਆਪਣੀ ਵਾਈਨੀਅਲ ਅਪਡੇਟ ਕਰੋ, ਜਿਹਨੂੰ ਅਸੀਂ MCS 150 ਅਪਡੇਟ ਕਹਿੰਦੇ, ਜਿਹੜਾ ਕਿ ਹਰ DOT ਦਾ 2 ਸਾਲ ਬਾਅਦ ਅਪਡੇਟ ਹੋਣਾ ਹੁੰਦਾ, ਉਹਨੂੰ ਅਸੀਂ MCS 150 ਅਪਡੇਟ ਵੀ ਆਮ ਲੈਂਗੁਏਜ ਕਹਿੰਦੇ ਆ, ਪਰ ਜਿਹੜਾ ਉਹਦਾ ਟੈਕਨੀਕਲ ਨਾਮ ਹੈ ਉਹ ਵਾਈਨੀਅਲ ਅਪਡੇਟ ਹੈ, ਜਿਹਦੀ ਅਕਸਰ ਆਪਾਂ ਨੂੰ ਲੈਟਰ ਆਉਂਦੀ ਹੈ। ਜਿਹੜੀਆਂ ਪ੍ਰਾਈਵੇਟ ਏਜੰਸੀਆਂ ਤੁਹਾਨੂੰ 2 ਸਾਲ ਬਾਅਦ ਅਕਸਰ ਉਹ ਲੈਟਰ ਭੇਜਦੀਆਂ। ਸੋ ਉਹਦਾ ਜ਼ਰੂਰ ਖਿਆਲ ਰੱਖਣਾ ਕਿ ਤੁਹਾਡੀ ਕਿਹੜੇ ਮਹੀਨੇ ਤੁਸੀਂ ਆਪਣੇ ਏਜੰਟ ਨੂੰ ਕਾਲ ਕਰ ਸਕਦੇ ਹੋ। ਤੁਸੀਂ ਜਿਹੜਾ ਵੀ ਤੁਹਾਡਾ ਬਤੌਰ ਰਜਿਸਟ੍ਰੇਸ਼ਨ ਏਜੰਟ ਦਾ ਕੰਮ ਕਰਦਾ, ਉਹਨੂੰ ਤੁਸੀਂ ਪਤਾ ਕਰ ਸਕਦੇ ਹੋ ਕਿ ਸਾਡੀ ਜਿਹੜੀ ਹੈਗੀ ਆ ਵਾਈਨੀਅਲ ਅਪਡੇਟ ਹੈ ਉਹ ਕਿਹੜੇ ਮਹੀਨੇ ਡਿਊ ਹੁੰਦੀ ਹੈ, ਔਰ ਤੁਸੀਂ 90 ਦਿਨ ਤੱਕ ਪਹਿਲਾਂ ਉਹਨੂੰ ਅਪਡੇਟ ਕਰ ਸਕਦੇ ਹੋ। ਸੋ ਵਾਈਨੀਅਲ ਅਪਡੇਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਉਹ ਕੰਪਨੀਆਂ ਜਿਨ੍ਹਾਂ ਦੇ ਕੋਲ ਕਾਫੀ ਤਾਦਾਦ ਦੇ ਵਿੱਚ ਟਰੱਕ ਹੁੰਦੇ ਹਨ। ਤੁਸੀਂ ਇਸ ਗੱਲ ਸੁਣ ਕੇ ਹੈਰਾਨ ਹੋਵੋਗੇ, ਔਰ ਮੈਂ ਇਹ ਗੱਲ ਬੜਾ ਜ਼ਰੂਰੀ ਇਹ ਮੈਂਸ਼ਨ ਕਰਨੀ ਚਾਹੁੰਦਾ ਕਿ ਅਗਰ ਤੁਹਾਡੇ ਟਰੱਕ ਦੇ ਉੱਤੇ BLT ਸਟਾਪ ਲੱਗਦਾ ਤਾਂ ਫੀ ਟਰੱਕ $150 ਉਸਦੀ $150 ਉਹਦੀ ਜਿਹੜੀ ਹੈ ਉਹ ਫੀਸ ਹੈ। ਬਤੌਰ ਐਗਜ਼ਾਮਪਲ ਦੇ ਤੌਰ ਤੇ, ਉਦਾਹਰਨ ਦੇ ਤੌਰ ਤੇ ਅਗਰ ਮੈਂ ਗੱਲ ਕਰਾਂ ਤੇ ਜੇਕਰ ਇੱਕ ਕੰਪਨੀ ਦੇ ਕੋਲ 50 ਟਰੱਕ ਹਨ, ਅਗਰ ਉਹਨਾਂ ਦੀ DOT ਇੱਕ ਦਿਨ ਵਾਸਤੇ ਵੀ ਅਗਰ ਇਨਐਕਟੀਵੇਟ ਹੁੰਦੀ ਹੈ, ਅਗਰ ਇੱਕ ਰਾਤ ਵਾਸਤੇ ਵੀ ਇਨਐਕਟਿਵ ਹੁੰਦੀ ਹੈ, ਤੇ ਉਹਨਾਂ ਦੇ ਸਾਰੇ ਟਰੱਕਾਂ ਉੱਤੇ, ਬੇਸ਼ੱਕ ਉਹ 50 ਟਰੱਕ ਹੋਣ ਜਾਂ 100 ਟਰੱਕ ਹੋਣ, ਉਹਨਾਂ ਸਾਰਿਆਂ ਦੇ ਉੱਤੇ BLT ਸਟਾਪ ਲੱਗਦਾ। ਔਰ ਇਹ ਬੜੀ ਹੀ ਇੱਕ ਅਹਿਮ ਔਰ ਜ਼ਰੂਰੀ ਗੱਲ ਹੈ ਕਿ ਅਗਰ ਤੁਹਾਡੀ ਇੱਕ ਰਾਤ ਵਾਸਤੇ DOT ਇਨਐਕਟਿਵ ਹੁੰਦੀ ਹੈ ਤੇ ਤੁਹਾਡੇ ਸਾਰੇ ਟਰੱਕਾਂ ਦੇ ਉੱਤੇ BLT ਸਟਾਪ ਲੱਗਦਾ ਹੈ, ਔਰ ਅਗਰ 100 ਟਰੱਕ ਹੈ ਤੇ ਤੁਹਾਨੂੰ $15,000 ਦੀ ਪੈਨਲਟੀ ਪਲੱਸ ਤੁਹਾਡੇ ਸਾਰੇ ਜਿਹੜੀਆਂ ਲਾਇਸੈਂਸ ਪਲੇਟਾਂ ਹੈ ਉਹ ਫਾਰ ਦੀ ਟਾਈਮ ਬੀਇੰਗ ਸਸਪੈਂਡ ਹੋ ਜਾਂਦੀਆਂ, ਔਰ ਰਿਨਿਊਅਲ ਜਿਹੜੀ ਹੈ ਉਸ ਅਕਾਊਂਟ ਦੇ ਵਿੱਚ ਜਾਂ ਕੋਈ ਵੀ ਹੋਰ ਟ੍ਰਾਂਜੈਕਸ਼ਨ ਜਿਹੜੀ ਹੈ, ਇੱਥੋਂ ਤੱਕ ਕਿ BLT ਲੱਗੇ ਸਟਾਪ ਟਰੱਕ ਨੂੰ ਤੁਹਾਡੇ ਅਕਾਊਂਟ ਦੇ ਵਿੱਚੋਂ ਡਿਲੀਟ ਵੀ ਨਹੀਂ ਕੀਤਾ ਜਾ ਸਕਦਾ। ਸੋ BLT ਸਟਾਪ ਇੱਕ ਬੜੀ ਹੀ ਖਤਰਨਾਕ ਤਰ੍ਹਾਂ ਦੀ ਧਾਰਾ ਹੈ, ਸਾਨੂੰ ਹਮੇਸ਼ਾ ਇਹ ਤੋਂ ਬਚਣਾ ਚਾਹੀਦਾ ਹੈ, ਔਰ ਆਪਾਂ ਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਜਿਹੜਾ IRP ਅਕਾਊਂਟ ਹੈ ਉਹ ਹਮੇਸ਼ਾ ਗੁੱਡ ਸਟੇਟਸ ਵਿੱਚ ਹੋਵੇ, ਉਹਦੇ ਉੱਤੇ ਕਦੀ ਵੀ BLT ਸਟਾਪ ਨਾ ਲੱਗੇ। ਇੱਥੋਂ ਤੱਕ ਇਹ ਬੜੀ ਹੈਰਾਨਕੁਨ ਗੱਲ ਹੈ, ਔਰ ਬਹੁਤ ਸਾਰੇ ਸੱਜਣ ਇਸ ਗੱਲ ਤੋਂ ਨਾਵਾਕਿਫ ਹਨ ਕਿ ਜਦੋਂ ਅਸੀਂ ਟਰੱਕ ਕੋਈ ਬਾਏ ਕਰਦੇ ਹਾਂ, ਅਗਰ ਉਹ ਟਰੱਕ ਉਸ ਤੋਂ ਪਹਿਲਾਂ ਕਿਸੇ ਉਸ DOT ਦੇ ਅੰਡਰ ਚੱਲਿਆ ਹੈ ਕੁਝ ਵਕਫੇ ਵਾਸਤੇ, ਜਿਹੜੀ DOT ਇਨਐਕਟਿਵ ਹੋ ਗਈ ਹੈ, ਤਾਂ ਉਸ ਦੇ ਬਾਵਜੂਦ ਵੀ ਤੁਹਾਡੇ ਟਰੱਕ ਤੇ BLT ਸਟਾਪ ਲੱਗ ਸਕਦਾ ਹੈ। ਬੇਸ਼ੱਕ ਉਹ ਟਰੱਕ ਕਿਸੇ ਹੋਰ ਦੀ DOT ਅੰਡਰ ਚੱਲਿਆ ਹੋਵੇ, ਬੇਸ਼ੱਕ ਤੁਸੀਂ ਬਤੌਰ ਓਨਰ ਆਪਰੇਟਰ ਕਿਸੇ ਇੱਕ ਕੈਰੀਅਰ ਨਾਲ ਚੱਲੇ ਹੋਵੋ, ਤਾਂ ਤੁਸੀਂ ਕੈਰੀਅਰ ਰਿਸਪੌਂਸਿਬਿਲਟੀ ਉਸ ਕੈਰੀਅਰ ਦੀ ਪਵਾਈ ਹੋਵੇ ਕੁਝ ਸਮੇਂ ਬਾਅਦ, ਤੇ ਅਗਰ ਤੁਸੀਂ ਉੱਥੋਂ ਆਪਣਾ ਟਰੱਕ ਵਿਦਡਰਾਅ ਕਰਕੇ ਦੂਜੇ DOT ਅੰਡਰ ਵੀ ਚਲੇ ਜਾਂਦੇ ਹੋ, ਪਰ ਇੱਕ ਖਾਸ ਵਕਫੇ ਦੇ ਵਿੱਚ ਅਗਰ ਉਸ ਪ੍ਰੀਵੀਅਸ DOT ਜਿਹੜੀ ਹੈ ਅਗਰ ਉਹ ਸਸਪੈਂਡ ਹੋ ਜਾਂਦੀ ਹੈ ਜਾਂ ਇਨਐਕਟਿਵ ਹੋ ਜਾਂਦੀ ਹੈ, ਤਾਂ ਉਸ ਕੇਸ ਵਿੱਚ ਤੁਹਾਡੇ ਉੱਤੇ ਵੀ BLT ਸਟਾਪ ਲੱਗ ਸਕਦਾ ਹੈ। ਉਸ ਤੋਂ ਬਾਅਦ ਤੁਹਾਨੂੰ ਸਟੇਟਮੈਂਟ ਬਣਾਉਣੀਆਂ ਪੈਂਦੀਆਂ ਹੈ, ਤੁਹਾਨੂੰ $150 ਦੀ ਪੈਨਲਟੀ ਪੇ ਕਰਨੀ ਪੈਂਦੀ ਹੈ। ਸੋ ਕੋਸ਼ਿਸ਼ ਕੀਤੀ ਜਾਵੇ ਕਿ DOT ਜਿਹੜੀ ਹੈ ਉਹਦੇ ਇਨਐਕਟਿਵ ਹੋਣ ਤੋਂ ਬਚਿਆ ਜਾਵੇ, ਕਿਉਂਕਿ DOT ਜਿਹੜੀ ਹੈ ਇਨਐਕਟਿਵ ਹੋਣ ਤੋਂ ਬਾਅਦ $150, $150, $150 ਫੀ ਟਰੱਕ ਤੁਹਾਨੂੰ ਫੀਸ ਜਿਹੜੀ ਹੈ ਜਾਂ ਇਹਨਾਂ ਨੂੰ ਪੈਨਲਟੀ ਕਹਿ ਲਓਗੇ ਜਾਂ ਜੁਰਮਾਨਾ ਜਿਹੜਾ ਹੈ ਉਹ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੂੰ ਦੇਣਾ ਪੈਂਦਾ। ਸੋ BLT ਸਟਾਪ ਇੱਕ ਬੜੀ ਹੀ ਖਤਰਨਾਕ ਧਾਰਾ ਹੈ। ਮੈਂ ਬਾਰ-ਬਾਰ ਜਦੋਂ ਵੀ ਸਾਡੇ ਕੋਲ ਕਲਾਇੰਟ ਕੋ ਆਉਂਦਾ ਅਸੀਂ ਉਹਨੂੰ ਹਮੇਸ਼ਾ ਇਸ ਗੱਲ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ BLT ਸਟਾਪ, ਖਾਸ ਕਰ ਜਿਹੜੀਆਂ ਵੱਡੀਆਂ ਕੰਪਨੀਆਂ ਜਿਹਨਾਂ ਕੋਲ 50 ਜਾਂ 100 ਟਰੱਕ 200 ਟਰੱਕ ਚੱਲਦੇ ਆ, ਉਹਨਾਂ ਦੇ ਕੇਸ ਵਿੱਚ ਇਹ ਪੈਨਲਟੀ ਕਈ ਵਾਰ 15,000, 20,000, 30,000 ਤੱਕ ਵੀ ਚਲੀ ਜਾਂਦੀ ਹੈ। ਸੋ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਾਫੀ ਨਹੀਂ ਹੈ,
ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਰਡਨ ਨਹੀਂ ਹੈ, ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਮਾਫ ਨਹੀਂ ਕਰਦਾ। ਸੋ ਇਸ ਚੀਜ਼ ਤੋਂ ਹਮੇਸ਼ਾ ਬਚਣ ਦੀ ਲੋੜ ਹੈ। ਅੱਜ ਕਾਫੀ ਗੱਲਾਂ ਅਸੀਂ IRP ਬਾਰੇ ਕੀਤੀਆਂ। ਇਸ ਤੋਂ ਇਲਾਵਾ ਤੁਹਾਡੇ ਕੋਈ ਵੀ ਕਿਸੇ ਕਿਸਮ ਦੇ ਕੁਐਸਚਨ ਹੋਣ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 5105576988 ਦੇ ਉੱਤੇ। ਕਦੀ ਵੀ ਸਾਡੇ ਆਫਿਸ ਕਾਲ ਕਰ ਸਕਦੇ ਹੋ 2096360880 ਤੇ। ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਕਦੀ ਵੀ ਸਾਨੂੰ ਕੋਈ ਵੀ ਕੁਐਸਚਨ, ਬੇਸ਼ੱਕ ਕੋਈ ਆਦਮੀ ਸਾਡਾ ਕਲਾਇੰਟ ਹੋਵੇ ਜਾਂ ਨਾ ਹੋਵੇ, ਕਦੀ ਵੀ ਤੁਸੀਂ ਸਾਡੇ ਕੋਲ ਸਲਾਹ ਲੈਣੀ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੁਸੀਂ ਆਫਿਸ ਵਿੱਚ ਆ ਕੇ ਸਲਾਹ ਲੈ ਸਕਦੇ ਹੋ। ਫਾਰਮਲੀ ਸਲਾਹ ਦੇਣ ਦਾ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ। ਅਗਰ 10-15 ਮਿੰਟ 20 ਮਿੰਟ ਦੀ ਤੁਸੀਂ ਕੋਈ ਸਲਾਹ ਸਾਡੇ ਕੋਲ ਕਦੀ ਵੀ ਲੈਣ ਆਉਂਦੇ ਹੋ, ਅਸੀਂ ਉਹਦੀ ਕਿਸੇ ਵੀ ਤਰ੍ਹਾਂ ਦੀ ਫੀਸ ਜਿਹੜੀ ਹੈ ਇੰਪੋਜ਼ ਕਸਟਮਰ ਦੇ ਉੱਤੇ ਨਹੀਂ ਕਰਦੇ। ਅਸੀਂ ਬਤੌਰ ਇਹਨੂੰ ਸੇਵਾ ਮੰਨ ਕੇ ਚੱਲਦੇ ਹਾਂ। ਔਰ ਤੁਸੀਂ ਸਾਨੂੰ ਕਦੀ ਵੀ ਕਾਲ ਕਰ ਸਕਦੇ, ਬੇਸ਼ੱਕ ਤੁਸੀਂ ਸਾਡੇ ਕਲਾਇੰਟ ਹੋ ਜਾਂ ਨਹੀਂ ਹੋ। ਤੁਸੀਂ ਸਾਨੂੰ ਕਦੀ ਵੀ ਕਿਸੇ ਕਿਸਮ ਦੀ ਸਲਾਹ ਸਾਡੇ ਕੋਲ ਲੈ ਸਕਦੇ ਹੋ। ਔਰ ਬਹੁਤ ਸਾਰੇ ਸੱਜਣ ਜਿਹੜੇ ਸਾਡੇ ਕੋਲ ਨਹੀਂ ਕੰਮ ਕਰਵਾਉਂਦੇ, ਉਹਦੇ ਬਾਵਜੂਦ ਵੀ ਸਾਡੇ ਕੋਲ ਸਲਾਹ ਲੈਂਦੇ ਆ। ਔਰ ਅਸੀਂ ਖੁਸ਼ੀ ਦੇ ਨਾਲ ਆਪਣੀ ਇਸ ਨੌਲੇਜ ਨੂੰ, ਆਪਣੇ ਇਸ ਐਕਸਪੀਰੀਅੰਸ ਨੂੰ ਵੰਡਣ ਦੇ ਵਿੱਚ ਵਿਸ਼ਵਾਸ ਰੱਖਦੇ ਆ। ਇਹਦਾ ਸਾਡੇ ਬਿਜ਼ਨਸ ਦੇ ਨਾਲ, ਇਹਦਾ ਸਾਡੇ ਵਪਾਰ ਦੇ ਨਾਲ ਦੂਰ ਦਾ ਕੋਈ ਵੀ ਵਾਸਤਾ ਨਹੀਂ ਹੈ। ਪਰ ਸਾਨੂੰ ਕਿਉਂਕਿ ਆਪਣਾ ਨਾਮ ਯੂਜ਼ ਕਰਨਾ ਪੈਂਦਾ ਹੈ, ਸਾਡੀ ਮਜਬੂਰੀ ਹੈ, ਪਰ ਇਸ ਦਾ ਸਾਡੇ ਬਿਜ਼ਨਸ ਦੇ ਨਾਲ ਕੋਈ ਦੂਰ ਦਾ ਸੰਬੰਧ ਨਹੀਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਜਾਚਕ ਹਾਂ। ਫਿਰ ਇੱਕ ਵਾਰ ਤੋਂ ਡਿਸਕਲੇਮਰ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਸਾਡੀ ਕਹੀ ਹੋਈ ਕਿਸੇ ਵੀ ਗੱਲ ਨੂੰ ਸਾਡੇ ਖਿਲਾਫ ਕੋਰਟ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਕੋਲ ਬਤੌਰ ਐਵੀਡੈਂਸ ਨਹੀਂ ਵਰਤਿਆ ਜਾ ਸਕਦਾ। ਅਗਲੇ ਹਫਤੇ ਫਿਰ ਕੋਸ਼ਿਸ਼ ਕਰਾਂਗੇ ਇੱਕ ਨਵਾਂ ਟੌਪਿਕ, ਮੈਂ ਟੈਕਸ ਐਗਜ਼ੈਂਪਸ਼ਨ ਜਾਂ ਡਰਗ ਟੈਸਟਿੰਗ ਦੇ ਉੱਤੇ ਅਗਲਾ ਸਾਡਾ ਜਿਹੜਾ ਟੌਪਿਕ ਹੈ ਉਹ ਹੋਵੇਗਾ। ਡਰਗ ਟੈਸਟ ਦੇ ਉੱਤੇ ਬਹੁਤ ਸਾਰੇ ਕਈ ਤਰ੍ਹਾਂ ਦੇ ਲੋਕਾਂ ਦੇ ਸਵਾਲ ਹਨ, ਜਿਹਦੇ ਵਿੱਚ ਸਕਰੀਨਿੰਗ ਟੈਸਟ ਆਉਂਦਾ ਹੈ, ਸਾਡੇ ਰੈਂਡਮ ਦੇ ਬਾਰੇ ਬਹੁਤ ਸਵਾਲ ਹਨ, ਪ੍ਰੀ ਐਮਪਲੋਇਮੈਂਟ ਦੇ ਬਾਰੇ ਬੜੇ ਸਵਾਲ ਹਨ। ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਕਿਸੇ ਇਸ ਫੀਲਡ ਦੇ ਐਕਸਪਰਟ ਨੂੰ ਲੈ ਕੇ ਲਿਆਂਦਾ ਜਾਵੇ ਔਰ ਤੁਹਾਡੇ ਸਵਾਲਾਂ ਦੇ ਜਵਾਬ ਦੇ ਜਾਣ। ਅਗਲੇ ਹਫਤੇ ਫਿਰ ਇੱਕ ਨਵੇਂ ਟੌਪਿਕ ਦੇ ਨਾਲ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸ਼ਬਾ ਖੈਰ, ਖੁਦਾ ਹਾਫਿਜ਼, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।